मोदी नूं समझ नहीं आ रहा क्योंकि पतंदर पढ़िया कित्थे है, ਉਹਦਾ ਸਹਿ ਪਾਠੀ कोई ਉਹਦੇ ਨਾਲ ਕੁੜੀ ਪੜ੍ਹੀ ਹੋਵੇ, ਕੋਈ ਮੁੰਡਾ ਪੜ੍ਹਿਆ ਹੋਵੇ। ਓਏ ਤੂੰ ਚਾਹ ਵਾਲਿਆ ਕੋਈ ਇਹੋ ਜਿਹੀ ਦੱਸ ਦੇ ਜਿੱਥੋਂ ਤੂੰ ਬੈਠ ਕੇ ਚਾਹ ਪੀਤੀ ਹੋਵੇ ਕਾਲਜ ਦੇ ਬਾਹਰ। ਮੈਂ ਪੀਤੀ ਆ ਕੰਟੀਨ 'ਚ, ਹਰੇਕ ਕਾਲਜ ਵਾਲਾ ਜਾਣਦਾ ਮੈਨੂੰ। ਉਹ ਤੈਨੂੰ ਕੋਈ ਜਾਣਦਾ ਹੀ ਨਹੀਂ। ਓਏ ਕੋਈ ਪ੍ਰੋਫੈਸਰ ਦੱਸ ਦੇ, ਓਏ ਕੋਈ ਚਪੜਾਸੀ, ਕੋਈ ਕਲਾਸ 4 EMPLOYE, ਕੋਈ ਮਾਲੀ। ਓਏ ਤੂੰ ਕਿੱਥੋਂ ਦਾ ਪੜ੍ਹਿਆ? ਉਹ ਤੇਰੀਆਂ ਡਿਗਰੀਆਂ ਜਦੋਂ ਲੋਕ 2 ਨੰਬਰ ਸਾਨੂੰ ਸੋਹਣੀ ਲਿਖਾਈ ਦੇ ਮਿਲਦੇ ਹੁੰਦੇ ਸੀ, ਉਦੋਂ ਪਹਿਲਾਂ ਦੀਆਂ ਇਹਨੇ ਡਿਗਰੀਆਂ ਲਈਆਂ ਹੋਈਆਂ ਨੇ ਤੇ ਇਹਦੀਆਂ ਡਿਗਰੀਆਂ ਕੰਪਿਊਟਰਾਈਜ਼ਡ ਨੇ। ਔਰ ਉਹ ਫੌਂਟ ਜਿਹੜਾ ਉਹ ਅੱਖਰ ਲਿਖੇ ਹੋਏ ਨੇ ਉਹ 1992 ਚ ਆਏ ਨੇ। ਪਤੰਦਰ ਪਤਾ ਨਹੀਂ ਕਿੱਥੋਂ ਪੜ੍ਹ ਕੇ ਆਇਆ, ਅਨਪੜ੍ਹ ਬੰਦਾ। ਉਹ ਜਾ ਓਏ, ਅਨਪੜ੍ਹਤਾ ਦਾ ਸਿਖਰ ਹੈ। ਮਤਲਬ ਤੂੰ ਅਨਪੜ੍ਹਤਾ ਨੂੰ ਡਿਗਰੀਆਂ ਵੀ ਅਨਪੜ੍ਹਾਂ ਵਾਲੀਆਂ ਬਣਾ ਰਿਹਾ। ਉਹ ਫਿੱਟ ਲਾੜ ਤੱਕ ਕਮਲਿਆ ਤੇਰੇ ਤੇ। ਕਿ ਡਿਬੇਟ ਕਰਾ ਲਓ ਯਾਰ। ਤੁਹਾਡਾ ਖੇਤੀਬਾੜੀ ਮੰਤਰੀ ਤੇ ਸਾਡੀ ਜਿਹੜੀ ਜਥੇਬੰਦੀ ਹੈ, ਕਿਸਾਨ ਜਥੇਬੰਦੀ ਦਾ ਇੱਕ ਲੀਡਰ, ਸਿੰਘੂ ਬਾਰਡਰ ਸਟੇਜ ਦੇ ਉੱਤੇ 2 ਮਾਈਕ 1 ਐਂਕਰ। ਤੁਸੀਂ ਫਾਇਦੇ ਸਮਝਾਓ, ਅਸੀਂ ਨੁਕਸਾਨ ਸਮਝਾਉਂਦੇ ਆ। ਜਾਂ ਫਿਰ ਤੁਸੀਂ ਲਾਗੂ ਕਰਾ ਜਿਓ ਜਾਂ ਰੱਦ ਕਰ ਜਿਓ, ਪਰ ਫੈਸਲਾ ਕਰਕੇ ਉੱਠਿਓ। ਉਹ ਬੰਦੇ ਨੂੰ ਭੇਜਿਓ ਜਿਹੜਾ ਕਹੇ ਵੀ ਜੇ ਤੁਸੀਂ ਨੁਕਸਾਨ ਵੱਧ ਗਣਾ ਤੇ ਰੱਦ, ਜੇ ਮੈਂ ਫਾਇਦੇ ਵੱਧ ਗਣਾ ਤੇ ਤਾਂ ਲਾਗੂ। ਜਦੋਂ ਇੱਕ ਬੱਚਾ ਰਿਹਾੜ ਪੈ ਜਿਵੇਂ ਨਾ, ਉਹਨੂੰ ਕੁਛ ਨਹੀਂ ਲੱਭਦਾ ਹੁੰਦਾ, ਉਹ ਫਿਰ ਇੱਕੋ ਹੀ ਗੱਲ ਕਹਿੰਦਾ ਹੁੰਦਾ। ਉਹਨੂੰ ਇੱਕ ਹੋਰ ਕੁਛ ਨਹੀਂ, ਅਨਪੜ੍ਹ ਨੂੰ ਪਤਾ ਚਾਹ ਵੇਚਣੇ ਨੂੰ। ਉਹ ਇੱਕੋ ਗੱਲ, ਬਾਈਓ ਬਹਿਨੋ ਫਾਇਦਾ ਹੋਗਾ। ਇੱਕੋ ਬਾਬਰੀਆਂ ਜੀਆਂ ਵਾਲੀਆਂ ਆ ਗਈਆਂ ਉਹਨਾਂ ਦੀਆਂ, ਉਹ ਚੈਨਲ ਕਿਹੜੇ ਤੇ, ਹਿੰਦੀ ਵਾਲੇ ਤੇ। अरे प्रधानमंत्री जी कहते हैं फायदा होगा, आपका क्या ख्याल है? ओए बीबी दस तो दो किहड़ा फायदा है? असीं तां रुल रहे हैं फायदा लभदे भी शायद होवे कोई, सानू ना पता होवे। दस तो दो। हाँ असीं नुकसान दसदे हां तुहानूं, 100 नुकसान ने। दरबार साहब दे विच मत्थे टेक के ਜਿਹੜੇ ਕਿਸਾਨੀ ਦੇ ਹੱਕ 'ਚ ਨਹੀਂ ਅੱਜ ਬੋਲੇ, ਉਹ ਅਕਿਰਤ ਕਣ ਨੇ। ਔਰ ਸਭ ਤੋਂ ਵੱਡਾ ਦਿਓਲ ਪਰਿਵਾਰ ਹੈ, ਅਕਸ਼ੇ ਕੁਮਾਰ ਹੈ, ਕੰਗਣਾ ਰਣੌਤ ਹੈ। ਅਕਿਰਤ ਕਣ ਮਤਲਬ ਤੁਸੀਂ ਸ਼ਰੇਆਮ ਮੌਕੇ ਤੇ ਧੋਖਾ ਦੇਣ ਵਾਲੇ ਲੋਕ ਹੋ। ਤੁਹਾਨੂੰ ਰੱਬ ਮਾਫ ਨਹੀਂ ਕਰੂਗਾ। ਅੰਨਦਾਤਾ ਸੜਕਾਂ ਤੇ ਆਪਦੇ ਹੱਕ ਮੰਗਣ ਵਾਸਤੇ ਆਇਆ। ਇਸ ਸਰਕਾਰ ਦੀ, ਸੈਂਟਰ ਸਰਕਾਰ ਦੀ ਕੋਝੀ ਚਾਲ ਹੈ, ਉਹਦਾ ਜਵਾਬ ਦੇਣ ਆਇਆ। ਸਾਡਾ ਸ਼ੌਕ ਨਹੀਂ ਅਸੀਂ ਸੜਕਾਂ ਤੇ ਬੈਠੀਏ। ਸਾਡਾ ਸ਼ੌਕ ਨਹੀਂ ਆ ਕਿ 90-90, 100-100 ਸਾਲ ਦੇ ਬਜ਼ੁਰਗ ਮਾਵਾਂ, ਸਾਡੇ ਬਾਪੂ ਭੁੱਜੇ ਸੌਣ ਜਾਂ ਗਿੱਲੇ ਮੰਜਿਆਂ ਬਿਸਤਰਿਆਂ ਤੇ ਸੌਣ, ਧੁੰਦਾਂ 'ਚ ਮਰਨ। ਸਾਨੂੰ ਸ਼ੌਕ ਨਹੀਂਗਾ। ਕਿਸਾਨੀ ਮੋਰਚੇ ਤੇ ਹੋਬੀ ਧਾਲੀਵਾਲ ਜੀ ਪਹੁੰਚੇ ਨੇ, ਗੱਲਬਾਤ ਕਰ ਲੈਂਦੇ ਆ। ਧਾਲੀਵਾਲ ਸਾਹਿਬ, ਬਹੁਤ ਸਾਰੇ ਕਲਾਕਾਰਾਂ ਦਾ ਸਮਰਥਨ ਆ, ਬਾਲੀਵੁੱਡ ਗਾਇਬ ਆ। ਅਕਿਰਤ ਕਣ ਨੇ ਬਾਲੀਵੁੱਡ ਵਾਲੇ ਜਿੰਨੇ ਵੀ ਪੰਜਾਬੀ ਰੋਲ ਦੇ ਵਿੱਚ ਪੰਜਾਬ ਦੀ ਧਰਤੀ ਤੇ ਆ ਕੇ ਪੈਸੇ ਕਮਾ ਕੇ ਅਰਬਪਤੀ ਹੋ ਗਏ, ਹਿੱਟ ਹੋ ਗਏ। ਭੇਸ ਬਣਾ ਕੇ, ਪੱਗਾਂ ਬੰਨ੍ਹ ਕੇ, ਪੰਜਾਬੀ ਦੇ ਗਾਣੇ ਗਾ ਕੇ, ਪੰਜਾਬੀ ਬੋਲੀ ਬੋਲ ਕੇ, ਪੰਜਾਬੀ ਦੀਆਂ ਸੱਭਿਅਕ ਕਹਾਣੀਆਂ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਮੱਥੇ ਟੇਕ ਕੇ ਜਿਹੜੇ ਕਿਸਾਨੀ ਦੇ ਹੱਕ 'ਚ ਨਹੀਂ ਅੱਜ ਬੋਲੇ, ਉਹ ਅਕਿਰਤ ਕਣ ਨੇ। ਔਰ ਸਭ ਤੋਂ ਵੱਡਾ ਦਿਓਲ ਪਰਿਵਾਰ ਹੈ, ਅਕਸ਼ੇ ਕੁਮਾਰ ਹੈ, ਕੰਗਣਾ ਰਣੌਤ ਹੈ। ਬਿਲਕੁਲ, ਅਕਸ਼ੇ ਕੁਮਾਰ ਸਿਰ ਤੇ ਪੱਗਾਂ ਬੰਨ੍ਹ ਕੇ ਮੂਵੀਆਂ ਬਣਾਉਂਦੇ ਸੀ, ਕਰੋੜਾਂ ਰੁਪਏ ਕਮਾ ਚੁੱਕੇ ਨੇ। ਵਿਦੇਸ਼ਾਂ ਤੋਂ ਬੈਠੇ ਲੋਕ ਸਮਰਥਨ ਦੇ ਰਹੇ ਨੇ, ਪੈਸਾ ਦੇ ਰਹੇ ਨੇ। ਪੰਜਾਬ ਦੀ ਇੰਡਸਟਰੀ ਜਿਹੜੀ ਆ ਉਹ ਪੈਸਾ ਦੇ ਰਹੀ ਆ, ਪਰ ਬਾਲੀਵੁੱਡ ਇਹਦੇ ਤੇ ਸੰਘਰਸ਼ ਨਹੀਂ ਕਰ ਰਿਹਾ। ਅਕਿਰਤ ਕਣ ਨੇ, ਅਕਿਰਤ ਕਣ ਮਤਲਬ ਤੁਸੀਂ ਸ਼ਰੇਆਮ ਮੌਕੇ ਤੇ ਧੋਖਾ ਦੇਣ ਵਾਲੇ ਲੋਕ ਹੋ। ਤੁਹਾਨੂੰ ਰੱਬ ਮਾਫ ਨਹੀਂ ਕਰੂਗਾ। ਕਿਸ ਤਰ੍ਹਾਂ ਦੇਖਦੇ ਹੋ ਇਸ ਅੰਦੋਲਨ ਨੂੰ? ਕਿਸਾਨ ਅੰਨਦਾਤਾ ਸੜਕਾਂ ਤੇ ਹੈਗੇ ਆ, ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ ਇਸ ਅੰਦੋਲਨ ਨੂੰ? ਅੰਨਦਾਤਾ ਸੜਕਾਂ ਤੇ ਆਪਦੇ ਹੱਕ ਮੰਗਣ ਵਾਸਤੇ ਆਇਆ। ਇਸ ਸਰਕਾਰ ਦੀ, ਸੈਂਟਰ ਸਰਕਾਰ ਦੀ ਕੋਝੀ ਚਾਲ ਹੈ, ਉਹਦਾ ਜਵਾਬ ਦੇਣ ਆਇਆ। ਸਾਡਾ ਸ਼ੌਕ ਨਹੀਂ ਅਸੀਂ ਸੜਕਾਂ ਤੇ ਬੈਠੀਏ। ਸਾਡਾ ਸ਼ੌਕ ਨਹੀਂ ਆ ਕਿ 90-90, 100-100 ਸਾਲ ਦੇ ਬਜ਼ੁਰਗ ਮਾਵਾਂ, ਸਾਡੇ ਬਾਪੂ ਭੁੱਜੇ ਸੌਣ ਜਾਂ ਗਿੱਲੇ ਮੰਜਿਆਂ ਬਿਸਤਰਿਆਂ ਤੇ ਸੌਣ, ਧੁੰਦਾਂ 'ਚ ਮਰਨ। ਸਾਨੂੰ ਸ਼ੌਕ ਨਹੀਂਗਾ। ਇਹ ਮੋਦੀ ਸਾਹਿਬ ਤੁਹਾਡੀ ਇੱਕ ਚਾਲ ਦੇ ਅਸੀਂ ਪਹਿਰਾ ਦੇਣ ਆਏ, ਉਹਦੇ ਖਿਲਾਫ ਖੜਨ ਆਏ ਆ। ਸਾਡੇ ਨੌਜਵਾਨ ਆਏ ਹੋਏ ਨੇ। ਮੈਨੂੰ ਮਾਣ ਹੈ ਕਿ ਹਿੰਦੁਸਤਾਨ, ਇੰਡੀਆ, ਭਾਰਤ ਨਾਟ ਹਿੰਦੁਸਤਾਨ, ਭਾਰਤ ਇੰਡੀਆ, ਇੰਡੀਆ ਦਾ ਕਿਸਾਨ, ਭਾਰਤ ਦਾ ਕਿਸਾਨ ਇਕਜੁੱਟ ਹੋ ਰਿਹਾ, ਇੱਕ ਮੁੱਠ ਹੋ ਰਿਹਾ, ਏਕਤਾ ਦਾ ਪ੍ਰਤੀਕ ਬਣ ਕੇ ਤੁਹਾਡੀਆਂ ਬਰੂਹਾਂ ਤੇ ਖੜਾ। ਬਰੂਹਾਂ ਬੰਦ ਨਾ ਕਰਿਓ, ਖੁੱਲੇ ਰੱਖਿਓ ਦਰਵਾਜ਼ੇ। ਗੱਲ ਕਰਨ ਆ ਰਹੇ ਹਾਂ। ਧਾਲੀਵਾਲ ਸਾਹਿਬ, ਤੁਸੀਂ ਅੰਦੋਲਨ ਨੂੰ ਦੇਖਿਆ, ਬਹੁਤ ਸਾਰੇ ਨੌਜਵਾਨ ਇੱਥੇ ਬੈਠੇ ਨੇ ਜਿਨ੍ਹਾਂ ਨੂੰ, ਨੌਜਵਾਨਾਂ ਨੂੰ ਸਰਕਾਰਾਂ ਦੇ ਨੁਮਾਇੰਦੇ ਕਹਿੰਦੇ ਸੀ ਨਸ਼ੇੜੀ ਆ। ਪੰਜਾਬ ਦਾ ਨੌਜਵਾਨ ਨਸ਼ੇੜੀ, ਅੱਜ ਵੱਡੀ ਤਾਦਾਦ 'ਚ ਇਸ ਅੰਦੋਲਨ ਦੇ ਵਿੱਚ ਨੌਜਵਾਨ ਆ। ਕਿਸ ਤਰ੍ਹਾਂ ਦੇਖਦੇ ਹੋ ਉਸ ਨੂੰ? ਵਧਾਈ ਦੇ ਪਾਤਰ ਨੇ, ਵਧਾਈ ਦੇ ਪਾਤਰ ਨੇ ਮੇਰੇ ਨੌਜਵਾਨ, ਚਾਹੇ ਉਹ ਕਿਸੇ ਜਾਤ, ਧਰਮ, ਉਮਰ, ਸੂਬੇ, ਜ਼ੁਬਾਨ ਦੇ ਹੋਣ, ਪਰ ਨੌਜਵਾਨ ਹੱਕਦਾਰ ਨੇ ਵਧਾਈ ਦੇ। ਕਿਉਂਕਿ ਗੱਲ ਟੋਕੂਗਾ, ਇੱਕ ਮਿੰਟ ਗੱਲ ਰੋਕੂਗਾ, ਪਰ ਇਹ ਸ਼ਾਂਤੀਮਈ ਡਿਸਿਪਲਿਨ ਨਾਲ ਬੈਠੇ ਹੁੰਦੇ ਨੇ ਕਿ ਡਿਸਿਪਲਿਨਡ, ਇੰਨੇ ਡਿਸਿਪਲਿਨਡ ਹੋਏ ਨੇ ਇਹ, ਔਰ ਇਸੇ ਕਰਕੇ ਵਧਾਈ ਦੇ ਹੱਕਦਾਰ ਨੇ ਕਿ ਇਹਨਾਂ ਦੀ
ਮੜਕ ਅੜਕ ਬੜਕ ਦੇ ਵਿੱਚ ਸਿਰਫ ਆਪ ਦਾ ਹੱਕ ਝੂਮ ਰਿਹਾ, ਨਾ ਕਿ ਗਾਣੇ ਝੂਮ ਰਹੇ ਨੇ, ਨਾ ਕਿ ਨਸ਼ੇ ਝੂਮ ਰਹੇ ਨੇ, ਨਾ ਕਿ ਲਲਕਾਰੇ ਝੂਮ ਰਹੇ ਨੇ। ਇਹਨਾਂ ਦੀ ਜ਼ੁਬਾਨ ਤੇ ਇਹਨਾਂ ਦੇ ਸਰੀਰ ਦੇ ਰੋਮ ਰੋਮ 'ਚੋਂ ਜੇ ਬੋਲ ਰਿਹਾ ਤਾਂ ਸਿਰਫ ਆਜ਼ਾਦੀ ਬੋਲ ਰਹੀ ਹੈ, ਆਪਦੇ ਹੱਕ ਬੋਲ ਰਹੇ ਨੇ। ਧਾਲੀਵਾਲ ਸਾਹਿਬ, ਕਾਨੂੰਨ ਤੁਹਾਨੂੰ ਵੀ ਸਮਝ ਆਇਆ ਵਾ, ਵਕੀਲਾਂ ਨੂੰ ਵੀ ਸਮਝ ਆ ਗਿਆ, ਪੁਲਿਸ ਵਾਲਿਆਂ ਨੂੰ, ਪੰਜਾਬ ਤੋਂ ਪੁਲਿਸ ਵਾਲੇ ਜਿਹੜੇ ਅਸਤੀਫੇ ਦੇਈ ਜਾਂਦੇ ਉਹਨਾਂ ਨੂੰ ਸਮਝ ਆ ਗਿਆ, ਖਿਡਾਰੀਆਂ ਨੂੰ ਸਮਝ ਆ ਗਿਆ, ਪਰ ਸਰਕਾਰ ਕਹਿ ਰਹੀ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ। ਮੋਦੀ ਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਪਤੰਦਰ ਪੜ੍ਹਿਆ ਕਿੱਥੇ ਆ, ਉਹਦਾ ਸਹਿ ਪਾਠੀ ਕੋਈ ਉਹਦੇ ਨਾਲ ਕੁੜੀ ਪੜ੍ਹੀ ਹੋਵੇ, ਕੋਈ ਮੁੰਡਾ ਪੜ੍ਹਿਆ ਹੋਵੇ। ਓਏ ਤੂੰ ਚਾਹ ਵਾਲਿਆ ਕੋਈ ਇਹੋ ਜਿਹੀ ਦੱਸ ਦੇ ਜਿੱਥੋਂ ਤੂੰ ਬੈਠ ਕੇ ਚਾਹ ਪੀਤੀ ਹੋਵੇ ਕਾਲਜ ਦੇ ਬਾਹਰ। ਮੈਂ ਪੀਤੀ ਆ ਕੰਟੀਨ 'ਚ, ਹਰੇਕ ਕਾਲਜ ਵਾਲਾ ਜਾਣਦਾ ਮੈਨੂੰ। ਉਹ ਤੈਨੂੰ ਕੋਈ ਜਾਣਦਾ ਹੀ ਨਹੀਂ। ਓਏ ਕੋਈ ਪ੍ਰੋਫੈਸਰ ਦੱਸ ਦੇ, ਓਏ ਕੋਈ ਚਪੜਾਸੀ, ਕੋਈ ਕਲਾਸ 4 EMPLOYE, ਕੋਈ ਮਾਲੀ। ਓਏ ਤੂੰ ਕਿੱਥੋਂ ਦਾ ਪੜ੍ਹਿਆ? ਉਹ ਤੇਰੀਆਂ ਡਿਗਰੀਆਂ ਜਦੋਂ ਲੋਕ 2 ਨੰਬਰ ਸਾਨੂੰ ਸੋਹਣੀ ਲਿਖਾਈ ਦੇ ਮਿਲਦੇ ਹੁੰਦੇ ਸੀ, ਉਦੋਂ ਪਹਿਲਾਂ ਦੀਆਂ ਇਹਨੇ ਡਿਗਰੀਆਂ ਲਈਆਂ ਹੋਈਆਂ ਨੇ ਤੇ ਇਹਦੀਆਂ ਡਿਗਰੀਆਂ ਕੰਪਿਊਟਰਾਈਜ਼ਡ ਨੇ। ਔਰ ਉਹ ਫੌਂਟ ਜਿਹੜਾ ਉਹ ਅੱਖਰ ਲਿਖੇ ਹੋਏ ਨੇ ਉਹ 1992 'ਚ ਆਏ ਨੇ। ਪਤੰਦਰ ਪਤਾ ਨਹੀਂ ਕਿੱਥੋਂ ਪੜ੍ਹ ਕੇ ਆਇਆ, ਅਨਪੜ੍ਹ ਬੰਦਾ। ਉਹ ਜਾਵੇ, ਅਨਪੜ੍ਹਤਾ ਦਾ ਸਿਖਰ ਹੈ। ਮਤਲਬ ਤੂੰ ਅਨਪੜ੍ਹਤਾ ਨੂੰ ਡਿਗਰੀਆਂ ਵੀ ਅਨਪੜ੍ਹਾਂ ਵਾਲੀਆਂ ਬਣਾ ਰਿਹਾ। ਉਹ ਫਿੱਟ ਲਾਣ ਤੱਕ ਕਮਲਿਆ ਤੇਰੇ ਤੇ। ਵਿਦੇਸ਼ਾਂ 'ਚ ਬੈਠੇ ਜਿਹੜੇ ਲੀਡਰ ਨੇ ਉਹ ਸਮਰਥਨ ਦੇ ਰਹੇ ਕਿਸਾਨਾਂ ਨੂੰ, ਪਰ ਇੰਡੀਆ ਦੇ ਜਿਹੜੇ ਲੀਡਰ ਨੇ ਉਹ ਨਹੀਂ ਸਮਰਥਨ ਦੇ ਰਹੇ। ਢੀਠਾਂ ਦੀ ਡੁੱਲ ਗਈ ਦਾਲ, ਕਹਿੰਦੇ ਬਸ਼ਰਮ ਤਾਂ ਅਸੀਂ ਤਾਂ ਕਹਿੰਦਾ ਡੋਲ ਕੀ ਖਾਣੇ ਹੁੰਨੇ ਆ। ਉਹ ਹੈ ਤੁਸੀਂ ਬਾਰ-ਬਾਰ ਕਹਿ ਰਹੇ ਹੋ। ਪਹਿਲਾਂ ਤਾਂ ਸਭ ਤੋਂ ਤੁਹਾਡਾ ਸਾਰੇ ਪੰਜਾਬੀ ਮੀਡੀਆ ਦਾ ਮੈਂ ਸ਼ੁਕਰਗੁਜ਼ਾਰ ਹਾਂ। ਤੁਸੀਂ ਸਾਡਾ ਸਾਥ ਦੇ ਰਹੇ ਹੋ, ਸਾਡੀ ਗੱਲ ਲੋਕਾਂ ਤੱਕ ਪਹੁੰਚਦੀ ਕਰ ਰਹੇ ਹੋ। ਤੁਹਾਡਾ ਸਭ ਦਾ ਸ਼ੁਕਰਗੁਜ਼ਾਰ ਹਾਂ ਮੈਂ। ਤੇ ਦੂਸਰੀ ਗੱਲ ਵੀ ਉਹ ਸਾਡਾ ਸਾਥ ਦੇ ਰਹੇ ਨੇ, ਸਾਡੇ ਨਾਲ ਨੇ, ਸਾਡਾ ਦਰਦ ਸਮਝਦੇ ਨੇ। ਇਹ ਬੇਸ਼ਰਮ ਹੋਏ ਨੇ, ਸਮਝ ਇਹਨਾਂ ਨੂੰ ਵੀ ਹੈ। ਤੁਸੀਂ ਆਪਦਾ ਹੰਕਾਰ ਛੱਡੋ, ਸਰਕਾਰ ਆਪਦਾ ਜਿੱਦ ਛੱਡੋ। ਸਾਡੇ ਪੰਜਾਬੀ, ਸਾਡੇ ਭਾਰਤ ਦੇ ਕਿਸਾਨਾਂ ਦਾ ਸਾਥ ਦਿਓ। ਇਹ ਕਾਨੂੰਨ ਨੇ ਜਿਹੜੇ ਇਹ ਬਿਲਕੁਲ ਸਾਡੇ ਖਿਲਾਫ ਨੇ। ਹਾਂ, ਮੈਂ ਇੱਕ ਵਾਰ ਫੇਰ ਜਗ ਬਾਣੀ ਰਾਹੀਂ ਤੁਹਾਡੇ ਤੱਕ ਇਹ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ। ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਇਹਨਾਂ ਨੂੰ ਪਹੁੰਚਾ ਦਿਓ ਹਿੰਦੀ ਅਨੁਵਾਦ ਕਰਕੇ ਕਿ ਡਿਬੇਟ ਕਰਾ ਲਓ ਯਾਰ। ਤੁਹਾਡਾ ਖੇਤੀਬਾੜੀ ਮੰਤਰੀ ਤੇ ਸਾਡੀ ਜਿਹੜੀ ਜਥੇਬੰਦੀ ਹੈ, ਕਿਸਾਨ ਜਥੇਬੰਦੀ ਦਾ ਇੱਕ ਲੀਡਰ, ਸਿੰਘੂ ਬਾਰਡਰ ਸਟੇਜ ਦੇ ਉੱਤੇ 2 ਮਾਈਕ 1 ਐਂਕਰ। ਤੁਸੀਂ ਫਾਇਦੇ ਸਮਝਾਓ, ਅਸੀਂ ਨੁਕਸਾਨ ਸਮਝਾਉਂਦੇ ਆ। ਜਾਂ ਫਿਰ ਤੁਸੀਂ ਲਾਗੂ ਕਰਾ ਜਿਓ ਜਾਂ ਰੱਦ ਕਰ ਜਿਓ, ਪਰ ਫੈਸਲਾ ਕਰਕੇ ਉੱਠਿਓ। ਉਹ ਬੰਦੇ ਨੂੰ ਭੇਜਿਓ ਜਿਹੜਾ ਕਹੇ ਵੀ ਜੇ ਤੁਸੀਂ ਨੁਕਸਾਨ ਵੱਧ ਗਣਾ ਤੇ ਰੱਦ, ਜੇ ਮੈਂ ਫਾਇਦੇ ਵੱਧ ਗਣਾ ਤੇ ਤਾਂ ਲਾਗੂ। ਪਰ 5 ਮਿੰਟ ਹੋ ਗਿਆ, ਸਰਕਾਰ ਨੂੰ ਫਿਰ ਵੀ ਸਮਝ ਨਹੀਂ ਆਈ। ਕਿਸਾਨਾਂ ਨੇ ਬਾਰ-ਬਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਧਰੋਂ ਸਰਕਾਰ ਵੀ ਸਮਝਾਉਂਦੀ ਹੈ। ਹੁਣ ਤਾਂ ਕਿਸਾਨ ਵੀ ਕਹਿ ਲੱਗੇ ਯੈਸ ਜਾਂ ਨੋ। ਜਦੋਂ ਇੱਕ ਬੱਚਾ ਰਿਹਾੜ ਪੈ ਜਿਵੇਂ ਨਾ, ਉਹਨੂੰ ਕੁਛ ਨਹੀਂ ਲੱਭਦਾ ਹੁੰਦਾ, ਉਹ ਫਿਰ ਇੱਕੋ ਹੀ ਗੱਲ ਕਰਦਾ ਹੁੰਦਾ। ਉਹਨੂੰ ਇੱਕ ਹੋਰ ਕੁਛ ਨਹੀਂ, ਅਨਪੜ੍ਹ ਨੂੰ ਪਤਾ ਚਾਹ ਵੇਚਣੇ ਨੂੰ। ਉਹ ਇੱਕੋ ਗੱਲ, ਬਾਈਓ ਭੈਣੋ ਫਾਇਦਾ ਹੋਗਾ। ਇੱਕੋ ਬਾਬਰੀਆਂ ਜੀਆਂ ਵਾਲੀਆਂ ਆ ਗਈਆਂ ਉਹਨਾਂ ਦੀਆਂ, ਉਹ ਚੈਨਲ ਕਿਹੜੇ ਤੇ, ਹਿੰਦੀ ਵਾਲੇ ਤੇ। अरे प्रधानमंत्री जी कहते हैं फायदा होगा, आपका क्या ख्याल है? ओए बीबी दस ਤਾਂ ਦੋ ਕਿਹੜਾ ਫਾਇਦਾ ਹੈ? ਅਸੀਂ ਤਾਂ ਰੋਲ ਰਹੇ ਹਾਂ, ਫਾਇਦਾ ਲੱਭਦੇ ਵੀ ਸ਼ਾਇਦ ਹੋਵੇ ਕੋਈ, ਸਾਨੂੰ ਨਾ ਪਤਾ ਹੋਵੇ। ਦੱਸ ਤਾਂ ਦੋ। ਹਾਂ, ਅਸੀਂ ਨੁਕਸਾਨ ਦੱਸਦੇ ਹਾਂ ਤੁਹਾਨੂੰ, 100 ਨੁਕਸਾਨ ਨੇ। ਐਵੇਂ ਬਕਵਾਸ। 2 ਸ਼ਬਦ ਸਿਰਫ ਕਿਸਾਨਾਂ ਵਾਸਤੇ। ਪੋਹ ਦੀਆਂ ਰਾਤਾਂ ਸ਼ੁਰੂ ਹੋ ਗਈਆਂ, ਸ਼ਹੀਦੀ ਦਿਹਾੜੇ ਚੱਲ ਰਹੇ, ਕਿਸਾਨ ਅੰਨਦਾਤਾ ਸੜਕਾਂ ਤੇ। 2 ਸ਼ਬਦ। ਬਜ਼ੁਰਗੋ, ਮਾਮੋ, ਤੁਹਾਡੇ ਸੀਸ ਨਵਾ ਕੇ ਤੁਹਾਡੇ ਚਰਨਾਂ 'ਚ, ਤੁਹਾਡੇ ਚਰਨ ਜਿਵੇਂ ਕਹਿੰਦੇ ਨੇ ਧੋਏ ਧੋਏ ਪੀਵਾਂ। ਮੈਂ ਤਹਿ ਦਿਲੋਂ ਖੁਦ ਆਪ ਦੀ ਗੱਲ ਕਰਦਾ, ਆਪਦੇ ਬੱਚਿਆਂ ਦੀ ਗੱਲ ਕਰਦਾ। ਅਸੀਂ ਰਿਣੀ ਆ, ਮੈਂ ਰਿਣੀ ਆ ਕਿ ਤੁਹਾਡੇ ਚਰਨ ਧੋ ਕੇ ਪੀਣ ਨੂੰ ਚਿੱਤ ਕਰਦਾ। ਜਿਹੜੀਆਂ ਇਹੋ ਜਿਹੀਆਂ ਠੰਡੀਆਂ ਰਾਤਾਂ ਦੇ ਵਿੱਚ ਤੁਸੀਂ ਇੱਥੇ ਸਿੰਘੂ ਬਾਰਡਰ ਭੁੰਜੇ ਪਏ ਹੋ, ਔਰ ਕਈਆਂ ਦੇ ਤਾਂ ਬਿਸਤਰੇ ਗਿੱਲੇ ਨੇ, ਔਰ ਧੁੱਪ ਨਹੀਂ ਨਾ ਨਿਕਲਣ ਕਰਕੇ ਉਦਣ ਦੇ ਸੁੱਕੇ ਨਹੀਂ, ਜਿਹੜੇ ਮੀਂਹ 'ਚ ਗਿੱਲੇ ਹੋ ਗਏ ਸੀ। ਠਰ ਦੀਆਂ ਰਾਤਾਂ ਦੇ ਵਿੱਚ ਤੁਸੀਂ ਮਾਂ ਬੈਠੀਆਂ ਹੋ, ਤਵੀਆਂ ਤੇ ਸਾਨੂੰ ਰੋਟੀਆਂ ਬਣਾ ਕੇ ਖਵਾਉਣੀਆਂ ਹੋ। ਧੀਓ ਭੈਣੋ, ਤੁਸੀਂ ਘਰ ਛੱਡ ਕੇ ਬਾਹਰ, ਸਾਡੀਆਂ ਤਾਂ ਧੀਆਂ ਭੈਣਾਂ ਕਦੇ ਦਰਵਾਜ਼ਾ ਨਹੀਂ ਨਿਕਲਦੀਆਂ। ਤੁਸੀਂ 400-500 ਕਿਲੋਮੀਟਰ ਦੂਰ ਬੈਠ ਕੇ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਹੀ ਹੋ। ਤੁਹਾਨੂੰ ਸਲਾਮ, ਤੁਹਾਡੇ ਪ੍ਰਣਾਮ, ਤੁਹਾਡੇ ਚਰਨੀ ਹੱਥ ਲਾ ਕੇ। ਤੁਸੀਂ ਧੀਆਂ ਹੋ, ਤੁਸੀਂ ਦੇਵੀਆਂ ਹੋ, ਤੁਸੀਂ ਵੱਡੀਆਂ ਹੋ। ਔਰ ਗੱਭਰੂਓ, ਸਲੂਟ ਤੁਹਾਨੂੰ। ਤੁਸੀਂ ਇੰਨਾ ਡਿਸਪਲਿਨਡ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਹੇ ਹੋ। ਡਟੇ ਰਹੋ, ਟੁੱਟ ਜਿਓ, ਮੁਚਿਓ ਨਾ, ਡਰਿਓ ਨਾ, ਘਬਰਾਇਓ ਨਾ, ਕਿਰਦਾਰ ਨਾ ਛੱਡਿਓ। ਜਿੰਦਾਬਾਦ। ਇਹ ਸਨ ਧਾਲੀਵਾਲ ਸਾਹਿਬ। ਕਿਹਾ ਕਿ ਮਾਤਾਵਾਂ ਨੂੰ ਅਪੀਲ ਕੀਤੀ ਆ ਤੇ ਗੱਭਰੂਆਂ ਨੂੰ ਵੀ ਕਿਹਾ ਵਾ ਕਿ ਤੁਸੀਂ ਸ਼ਾਂਤੀਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹੋ, ਛੱਡਿਓ ਨਾ, ਜੰਗ ਜ਼ਰੂਰ ਜਿੱਤ ਕੇ ਆਈਓ। ਕੈਮਰਾਮੈਨ ਗੁਰਦੇਵ ਦੇ ਨਾਲ ਨਰਿੰਦਰ ਮਹਿੰਦਰ, ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।